ਤੇ ਬੜੀ ਸ਼ਰਮ ਵਾਲੀ ਗੱਲ ਆ, ਸਾਡੀ ਪੰਜਾਬੀ ਸਭਿਅਤਾ ਦਾ ਸਤਿਆਨਾਸ਼ ਕਰਤਾ ਜੀ ਇਸ ਗੱਲ ਨੇ। ਤੇ ਇਸ ਕਰਕੇ ਸਾਡੇ ਅੱਧੇ ਤਾਂ ਜਿਹੜੇ ਯੂਨੀਅਨ ਵਾਲੇ ਘੜਮ ਚੌਧਰੀ ਸੀਗੇ, ਉਹ ਨਹੀਂ ਚਾਹੁੰਦੇ ਸੀਗੇ ਵੀ ਬਾਬਾ ਨਾਨਕ ਤੇ ਮੋਦੀ ਜੀ ਨੇ ਇਹ ਕ੍ਰੈਡਿਟ ਲੈ ਜਾਂਦੇ। ਸਮਝਦਾ ਵੀ ਇਹ ਰੈਲੀ ਕੈਂਸਲ ਕਰ ਦੇਣੀ ਚਾਹੀਦੀ ਸੀ, ਕਿਉਂ ਨਹੀਂ ਕੀਤੀ ਇਹ ਉਹ ਦੱਸ ਸਕਦੇ। ਇਹ ਵੀ ਹੋ ਸਕਦਾ ਕਿਸਾਨਾਂ ਦੇ ਭੇਸ ਦੇ ਵਿੱਚ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਕਰ ਰਹੀਆਂ। ਨਹੀਂ, ਆਈ ਥਿੰਕ ਮੈਂ ਨਹੀਂ ਇਹ ਸੋਚਦਾ। ਸਾਨੂੰ ਕਦੇ ਕਾਂਗਰਸ ਵਾਲਿਆਂ ਨੇ ਕਿਹਾ ਸੀਗਾ ਵੀ ਤੁਸੀਂ ਕਿਸਾਨਾਂ ਦੇ ਭੇਤ 'ਚ ਜਾ ਕੇ ਮੋਦੀਬਾਦ ਨੂੰ ਮੁਰਦਾਬਾਦ ਕਹੋ? ਨਹੀਂ। ਬੀਜੇਪੀ ਦੀ ਬੱਸ 'ਚ ਭੱਜ ਕੇ ਚੜ੍ਹ ਜਾਂਦੇ ਆ, ਜਿਵੇਂ ਐਂ ਲੱਗਦਾ ਵੀ ਸ਼ਾਇਦ ਟਿਕਟ ਹੈ ਜਿਹੜੀ ਸਾਨੂੰ ਬੀਜੇਪੀ ਤੋਂ ਤੁਰੰਤ ਮਿਲ ਜਾਣੀ। ਵੀ ਭਾਜੀ ਅਕਾਲੀ ਦਲ 'ਚ ਤਾਂ ਖੜੋਤ ਆ ਗਈ ਆ, ਸਾਡੇ ਕੋਲੇ ਕੋਈ ਚੁਆਇਸ ਨਹੀਂ ਬਚੀ, ਮੈਂ ਇਲੈਕਸ਼ਨ ਲੜਨਾ ਚਾਹੁੰਦਾ। ਗੱਲਾਂ ਬਾਤਾਂ ਦੇ ਦੌਰ ਚੱਲੇ, ਗੱਲ ਸਿਰੇ ਨਹੀਂ ਲੱਗ ਸਕੀ, ਗੱਲ ਟੁੱਟ ਗਈ। ਚਲੋ ਟੁੱਟੀ ਗੱਲ ਨੂੰ ਵੀ ਤੋੜਨਾ ਹੁੰਦਾ। ਪ੍ਰਧਾਨ ਕੁਛ ਕਹਿੰਦਾ, ਸੀਐਮ ਕੁਛ ਕਹਿੰਦਾ, ਮੰਤਰੀ ਕੁਛ ਕਹਿੰਦੇ ਆ। 15 ਅਗਸਤ ਦਾ ਪ੍ਰੋਗਰਾਮ ਸੀ, ਫਿਰ ਉਹ ਜਿਵੇਂ ਸਟੇਜ ਤੇ ਉਛਲ ਕੂਦ ਕੀਤੀ। ਕਮਾਲ ਦੀ ਗੱਲ ਹੈ ਯਾਰ, ਐਡਾ ਵੱਡੇ ਅਹੁਦੇ ਤੇ ਬਹਿ ਕੇ। ਇਸ ਵਕਤ ਸਾਡੇ ਨਾਲ ਰੇਡੀਓ ਪੰਜਾਬ ਟੁਡੇ ਦੇ ਨਾਲ ਜੁੜੇ ਹੋਏ ਨੇ ਰਵਿੰਦਰ ਸਿੰਘ ਰਵੀ ਗਰੇਵਾਲ। ਮੋਗੇ ਦੇ ਵਿੱਚ ਇੱਕ ਅਹਿਮ ਸ਼ਖਸੀਅਤ ਨੇ, ਸਿਆਸੀ ਜੀਵਨ ਇਹਨਾਂ ਦਾ ਲੰਬੇ ਸਮੇਂ ਤੋਂ ਚੱਲ ਰਿਹਾ। ਕਾਂਗਰਸ ਪਾਰਟੀ ਦੇ ਵਿੱਚ ਸੀ, ਕਾਂਗਰਸ ਤੋਂ ਬੀਜੇਪੀ ਦੇ ਵਿੱਚ ਆਏ, ਤੇ ਉਸੇ ਬਾਰੇ ਗੱਲਬਾਤ ਕਰਦੇ ਹਾਂ ਕਿ ਇਹ ਕਿਉਂ ਰੁੱਤ ਜਿਹੜੀ ਹੈ ਬੀਜੇਪੀ ਵੱਲ ਮੁੜਨ ਦੀ ਸ਼ੁਰੂ ਹੋ ਗਈ ਹੈ। ਰਵੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਰਵੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਕਿ ਅਜਿਹਾ ਕੀ ਦਿਸ ਰਿਹਾ ਬੀਜੇਪੀ ਦੇ ਵਿੱਚ ਕਿ ਅਕਾਲੀ ਦਲ ਦੇ ਲੋਕ ਵੀ, ਕਾਂਗਰਸ ਦੇ ਲੋਕ ਵੀ ਬੀਜੇਪੀ ਦੀ ਬੱਸ 'ਚ ਭੱਜ ਕੇ ਚੜ੍ਹ ਜਾਂਦੇ ਆ, ਜਿਵੇਂ ਐਂ ਲੱਗਦਾ ਵੀ ਸ਼ਾਇਦ ਟਿਕਟ ਹੈ ਜਿਹੜੀ ਸਾਨੂੰ ਬੀਜੇਪੀ ਤੋਂ ਤੁਰੰਤ ਮਿਲ ਜਾਣੀ ਹੈ। ਨਹੀਂ ਭਾਜੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਐਕਚੁਅਲੀ ਮੈਂ ਲਗਭਗ 20 ਸਾਲ ਤੋਂ ਉੱਪਰ ਕਾਂਗਰਸ ਪਾਰਟੀ ਦੇ ਵਿੱਚ ਕੰਮ ਕੀਤਾ, ਔਰ ਬੜੇ ਸ਼ਿੱਦਤ, ਬੜੇ ਲਗਨ ਨਾਲ ਜਿੱਥੇ ਕਿਤੇ ਬਾਈ ਇਲੈਕਸ਼ਨ ਹੁੰਦੀ ਸੀ, ਮੈਂ ਆਪਣੀ ਪੂਰੀ ਟੀਮ ਲੈ ਕੇ ਜਾਂਦਾ ਸੀ। ਨਿਸ਼ਕਾਮ ਸੇਵਾ, ਜਿਹਨੂੰ ਪੰਜਾਬੀ ਕਹਿੰਦੇ ਆ, ਮੈਂ ਨਿਸ਼ਕਾਮ ਸੇਵਾ ਕੀਤੀ। ਬਟ ਜਦੋਂ ਹੁਣ ਆ ਕੇ ਦੇਖਿਆ ਵੀ ਪਹਿਲਾਂ ਤਾਂ ਚਲੋ ਕੈਪਟਨ ਸਾਹਿਬ ਬਣੇ, ਬੜੀ ਮਤਲਬ ਉਦਾਸੀਨਤਾ ਵਾਲਾ ਮਾਹੌਲ ਹੀ ਰਿਹਾ, ਕੋਈ ਐਕਟਿਵਨੈਸ ਨਹੀਂ ਸਾਨੂੰ ਦਿਖੀ ਗੌਰਮੈਂਟ ਦੇ ਪੱਖੋਂ ਵੀ, ਔਰ ਐਜ਼ ਵੈਲ ਐਜ਼ ਪਾਰਟੀ ਵਾਲੇ ਪੱਖੋਂ ਵੀ। ਕੋਈ ਪਾਰਟੀ ਦੀ ਸਰਕਾਰ ਬਣਨ ਤੋਂ ਬਿਨਾਂ ਬਾਅਦ ਨਾ ਬੋਡੀ ਟੁੱਟ ਗਈ, ਬੋਡੀ ਭੰਗ ਕਰਤੀ, ਉਹ ਦੁਬਾਰਾ ਬੋਡੀ ਨਹੀਂ ਬਣਾ ਸਕੇ, ਅੱਜ ਤੱਕ ਵੀ ਉਵੇਂ ਪੈਂਡਿੰਗ ਪਈ ਆ। ਫਿਰ ਚਲੋ ਕੈਪਟਨ ਸਾਹਿਬ ਚਲੇ ਗਏ, ਜਾਖੜ ਸਾਹਿਬ ਚਲੇ ਗਏ, ਸਿੱਧੂ ਸਾਹਿਬ ਆ ਗਏ। ਸਿੱਧੂ ਸਾਹਿਬ ਤੋਂ ਬਾਅਦ ਤਾਂ ਉੱਥੇ ਮਾਹੌਲ ਹੀ ਚੇਂਜ ਹੋ ਗਿਆ ਜੀ। ਇੰਨਾ ਕੁ ਪ੍ਰਧਾਨ ਕੁਛ ਕਹਿੰਦਾ, ਸੀਐਮ ਕੁਛ ਕਹਿੰਦਾ, ਮੰਤਰੀ ਕੁਛ ਕਹਿੰਦੇ ਆ। ਜਦੋਂ ਮੈਂ ਦੇਖਿਆ ਵੀ ਇੱਥੇ ਨਹੀਂ ਯਾਰ, ਮਨ ਹੁਣ ਕੰਮ ਨਹੀਂ ਕਰ ਹੋਣਾ ਮਨਾ। ਤੇ ਦੂਸਰੇ ਪਾਸੇ ਦੋ ਹੀ ਆਪਣੇ ਕੋਲੇ ਚੁਆਇਸਿਸ ਨੇ ਵੀ ਇੱਕ ਤਾਂ ਆਮ ਆਦਮੀ ਪਾਰਟੀ ਆ, ਇੱਕ ਬੀਜੇਪੀ ਆ। ਅਕਾਲੀ ਦਲ ਤਾਂ ਹੁਣ ਗਿਆ ਹੋ ਗਿਆ ਜੀ, ਗਏ ਦੀ ਗੱਲ ਹੋ ਗਈ, ਬੀਤੇ ਦੀ ਗੱਲ ਹੋ ਗਈ। ਫਿਰ ਦੋਨਾਂ ਦੇ ਵਿੱਚੋਂ ਚੁਆਇਸ ਬਣਦੀ ਸੀ ਵੀ ਇਹ ਸੈਂਟਰ ਗੌਰਮੈਂਟ ਚਲਾ ਰਹੇ ਆ, ਔਰ ਬੜੀ ਡਿਸਪਲਿਨਡ ਪਾਰਟੀ ਆ। ਤੇ ਮੈਨੂੰ ਮਨ ਬਣਿਆ ਤੇ ਮੈਂ ਜਿਵੇਂ ਉਧਰ ਨਿਸ਼ਕਾਮ ਸੇਵਾ ਕਰਨ ਵਾਸਤੇ ਕੀਤੀ ਆ ਤੇ ਇੱਧਰ ਨਿਸ਼ਕਾਮ ਸੇਵਾ ਕਰਨ ਵਾਸਤੇ ਆ ਗਿਆ। ਅੱਛਾ, ਤੁਸੀਂ ਗੱਲ ਨਵਜੋਤ ਸਿੰਘ ਸਿੱਧੂ ਦੀ ਕੀਤੀ ਹੈ ਵੀ ਨਵਜੋਤ ਸਿੰਘ ਸਿੱਧੂ ਕਰਕੇ ਜਿਹੜਾ ਹੈ ਪਾਰਟੀ ਦੇ ਵਿੱਚ ਜਿਹੜੀ ਇਕਜੁੱਟਤਾ ਨਹੀਂ ਪੈਦਾ ਹੋਈ। ਤੁਹਾਡਾ ਸਿੱਧੇ ਗੱਲ ਹੈ, ਕੀ ਨਵਜੋਤ ਸਿੰਘ ਇਹੋ ਜਿਹਾ ਕੀ ਕਰ ਰਿਹਾ ਜਿਹੜਾ ਪਾਰਟੀ ਦਾ ਨੁਕਸਾਨ ਹੋ ਰਿਹਾ? ਭਾਜੀ, ਤੁਸੀਂ ਇਸ ਸੌਦੇ ਤੇ ਬੈਠੇ ਹੋ, ਤੁਸੀਂ ਬਹੁਤ ਚੰਗੀ ਤਰ੍ਹਾਂ ਸਾਡੇ ਨਾਲੋਂ ਜਿਹੜੇ ਪੱਤਰਕਾਰ ਭਰਾ ਹੁੰਦੇ ਆ, ਸਾਡੇ ਨਾਲੋਂ ਜਦੋਂ ਉਹ ਚੀਜ਼ ਵਾਚ ਕਰਦੇ ਆ, ਉਹ ਬਿਹਤਰ ਢੰਗ ਨਾਲ ਕਰਦੇ ਆ। ਤੁਸੀਂ ਦੇਖੋ ਜਿਸ ਦਿਨ ਉਹਨੂੰ ਤਾਜਪੋਸ਼ੀ ਸੀ, ਉਹਦਾ ਜੋ ਐਟੀਟਿਊਡ ਸੀ, ਕਿੰਨਾ ਖੁਦਰੇਪਨ ਵਾਲਾ ਸੀ। ਬਹੁਤ ਵੱਡੀ ਚੇਅਰ ਆ, ਪੀਪੀਸੀ ਦਾ ਪ੍ਰੈਜ਼ੀਡੈਂਟ ਬਣਨਾ ਬਹੁਤ ਵੱਡੀ ਚੀਜ਼ ਆ, ਬੜੀ ਸਤਿਕਾਰਯੋਗ ਚੇਅਰ ਆ ਉਹ, ਜਿਹਨੇ ਪੂਰੀ ਪੰਜਾਬ ਦੀ ਕਾਂਗਰਸ ਨੂੰ ਚਲਾਉਣਾ। ਤੇ ਉਹਦਾ ਮੈਨੂੰ ਉਹੀ ਬਿਹੇਵ ਨਹੀਂ ਚੰਗਾ ਲੱਗਿਆ। ਥੋੜ੍ਹੇ ਦਿਨ ਬਾਅਦ 15 ਅਗਸਤ ਦਾ ਪ੍ਰੋਗਰਾਮ ਸੀ, ਫਿਰ ਉਹ ਜਿਵੇਂ ਸਟੇਜ ਤੇ ਉਛਲ ਕੂਦ ਕੀਤੀ। ਕਮਾਲ ਦੀ ਗੱਲ ਹੈ ਯਾਰ, ਐਡਾ ਵੱਡੇ ਅਹੁਦੇ ਤੇ ਬਹਿ ਕੇ। ਅੱਜ ਮੈਂ ਸੁਣ ਰਿਹਾ ਸੀ, ਮੇਰਾ ਖਿਆਲ ਬਰਨਾਲੇ ਆਏ ਹੋਏ ਆ, ਜੋ ਕੱਲ੍ਹ ਵਾਲਾ ਕੰਮ ਹੋਇਆ ਮੋਦੀ ਸਾਹਿਬ ਦੀ ਫੇਰੀ ਤੇ, ਉਹ ਚੀਜ਼ ਨੂੰ ਬੰਦਾ ਇੰਨੇ ਹੌਲੇ ਸ਼ਬਦਾਂ ਨਾਲ ਜਸਟੀਫਾਈ ਕਰ ਰਿਹਾ ਸੀ, ਜਿਹੜਾ ਨਹੀਂ ਬਣਦਾ। ਮੈਂ ਉਹਨਾਂ ਦੀਆਂ ਇਹ ਗੱਲਾਂ ਨੂੰ ਦੇਖ ਕੇ ਮੈਨੂੰ ਚੰਗਾ ਨਹੀਂ ਲੱਗਿਆ ਜੀ। ਨਹੀਂ, ਤੁਸੀਂ ਬੀਜੇਪੀ ਦੀ ਗੱਲ ਕੀਤੀ ਹੈ ਕਿ ਬੀਜੇਪੀ ਡਿਸਿਪਲਿਨਡ ਹੈ, ਪਰ ਬੀਜੇਪੀ ਤੇ ਹਮੇਸ਼ਾ ਜਿਹੜਾ ਫਿਰਕੂਵਾਦੀ ਦੇ ਦੋਸ਼ ਲੱਗਦੇ ਰਹੇ ਆ, ਘੱਟ ਗਿਣਤੀਆਂ ਨੂੰ ਦਬਾਉਣ ਦੇ ਦੋਸ਼ ਲੱਗਦੇ ਰਹੇ ਆ। ਪੰਜਾਬ ਦੇ ਵਿੱਚ ਵੀ ਜੇਕਰ ਬੀਜੇਪੀ ਦੀ ਪੈਰੈਂਟਲ ਬਾਡੀ ਆਰਐਸਐਸ ਆ, ਉਹਦੇ ਉੱਤੇ ਵੀ ਦੋਸ਼ ਲੱਗਦੇ ਰਹੇ ਕਿ ਸਿੱਖ ਮਸਲਿਆਂ ਦੇ ਉੱਤੇ ਜਿਹੜਾ ਬੀਜੇਪੀ ਜਿਹੜੀ ਹੈ ਆਰਐਸਐਸ ਆ, ਉਹ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਤੇ ਫਿਰ
ਜਦੋਂ ਤੁਸੀਂ ਇੱਕ ਬਤੌਰ ਸਿੱਖ ਹੋ ਤਾਂ ਫਿਰ ਬੀਜੇਪੀ ਜਿਹੜੀ ਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਚੱਲਦੇ ਇਸ ਨੂੰ? ਮੇਰਾ ਖਿਆਲ ਭਾਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਐਵੇਂ ਹੀ ਆਪਾਂ ਗੱਲਾਂ ਬਣਾਈ ਜਾਂਦੇ ਆ। ਦੇਖੋ, ਸਭ ਤੋਂ ਅਹਿਮ ਮੁਲਕ ਦੁਨੀਆ ਦਾ ਅਮਰੀਕਾ ਦੇ ਵਿੱਚ ਜਿਹੜਾ ਐਂਬੈਸਡਰ ਆ ਉਹ ਸਾਡਾ ਜੱਟ ਸਿੱਖ ਭਰਾ ਸੰਧੂ, ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਵਾਲੇ ਲਾਏ ਹੋਏ ਆ। ਕੋਈ ਇਦਾਂ ਦੀ ਗੱਲ ਨਹੀਂ ਹੈਗੀ। RSS ਵਾਲੇ ਮੈਂ ਕਦੇ ਵੀ ਨਹੀਂ ਦੇਖੇ, ਜਿੰਨਾ ਕਿ ਮੈਂ ਬੜਾ ਇਨ ਬਰੀਕੀ 'ਚ ਇਸ ਪਾਸੇ ਕਦੇ ਵੀ ਨਹੀਂ ਪਿਆ। ਪਰ ਮੇਰਾ ਖਿਆਲ ਤਾਂ ਨਹੀਂ ਹੈ ਜੀ, ਮੇਰੀ 55-56 ਸਾਲ ਉਮਰ ਆ, ਮੈਂ ਤਾਂ ਨਹੀਂ, ਮੇਰੇ ਕੋਲ ਤਾਂ ਕੋਈ RSS ਵਾਲਾ ਹਜੇ ਤੱਕ ਆ ਕੇ ਨਹੀਂ ਕਿਹਾ ਵੀ ਤੂੰ ਸਿੱਖ ਧਰਮ ਛੱਡ ਦੇ, ਤੂੰ ਜਾਂ ਸਿੱਖ ਧਰਮ ਚੰਗਾ ਨਹੀਂ ਹੈਗਾ। ਕਦੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਸੁਣੀ ਜੀ। ਅਸੀਂ ਪਬਲਿਕ ਲਾਈਫ 'ਚ ਵਿਚਰਦੇ ਹਾਂ, ਸਾਡੇ ਹਿੰਦੂ ਵੀ ਦੋਸਤ ਆ, ਸਾਡੇ ਸਿੱਖ ਵੀ ਦੋਸਤ ਆ, ਮੇਰੀ ਕੁਦਰਤੀ ਤੌਰ ਤੇ ਪਤਾ ਨਹੀਂ ਕੀ ਗੱਲ ਐਸੀ ਭਾਈਚਾਰੇ ਨਾਲ ਬਹੁਤ ਬਣਦੀ ਆ। ਕਦੇ ਮੈਨੂੰ ਤਾਂ ਆਪਣੀ ਇੰਨੀ ਉਮਰ ਦੇ ਵਿੱਚ ਚਲੋ ਇਹ ਗੱਲ ਮੈਂ ਤੁਹਾਡੀ ਗੱਲ ਤੁਸੀਂ ਆਪਦਾ ਪੱਖ ਰੱਖਦੇ ਤਾਂ, ਪਰ ਸਭ ਤੋਂ ਵੱਡਾ ਜਿਹੜਾ ਗੁੱਸਾ ਹੈਗਾ ਕਿ ਲਗਾਤਾਰ ਸਰਹੱਦ ਦੇ ਉੱਤੇ, ਦਿੱਲੀ ਦੇ ਜਿਹੜੇ ਬਾਰਡਰਾਂ ਦੇ ਉੱਤੇ 1 ਸਾਲ ਤੋਂ ਵੱਧ ਸਮਾਂ ਕਿਸਾਨ ਬੈਠੇ ਰਹੇ। ਉਹ ਕਿਸਾਨ ਵਾਪਸ ਆ ਗਏ, ਉਹਨਾਂ ਨਾਲ ਜੋ ਵਾਅਦੇ ਕੀਤੇ ਪੂਰੇ ਵਾਅਦੇ ਨਹੀਂ ਹੋਏ। ਜਿਹੜਾ ਤੁਸੀਂ ਕੱਲ ਫਿਰੋਜ਼ਪੁਰ ਵਾਲੀ ਗੱਲ ਕੀਤੀ ਹੈ, ਸ਼ਾਇਦ ਉਹੀ ਕਹਾਣੀ ਸੀ ਕਿ ਕਿਸਾਨਾਂ ਨੂੰ ਬੜਾ ਹਲਕੇਪਨ ਦੇ ਵਿੱਚ ਲਿਆ ਜਾ ਰਿਹਾ। ਤੇ ਤੁਹਾਡੇ ਜਿਹੜੇ ਤੁਸੀਂ ਸਿਆਸਤਦਾਨ ਲਗਾਤਾਰ ਇੱਧਰ ਜੁਆਇਨ ਕਰ ਰਹੇ ਹੋ, ਉਹਨਾਂ ਦਾ ਵੀ ਹੁਣ ਜਿਵੇਂ ਵਿਰੋਧ ਹੋਣਾ ਸ਼ੁਰੂ ਹੋ ਗਿਆ, ਫਿਰ ਇਹ ਬਣੂ ਕੀ ਇਸ ਹਿਸਾਬ ਨਾਲ? ਭਾਜੀ ਦੇਖੋ, ਕਾਨੂੰਨ ਬਣਾਏ, ਕਿਸਾਨਾਂ ਨੂੰ ਨਹੀਂ ਚੰਗਾ ਲੱਗਿਆ, ਚਲੋ ਇਹਨਾਂ ਦਾ ਹੱਕ ਆ ਜੀ ਪ੍ਰੋਟੈਸਟ ਕਰਨਾ। ਇਹ ਪ੍ਰੋਟੈਸਟ ਕਰਦੇ ਕਰਦੇ ਬਾਰਡਰ ਤੇ ਪਹੁੰਚ ਗਏ, ਬਾਰਡਰ ਤੇ ਬਹਿ ਗਏ। ਚਲੋ ਗੱਲਾਂ ਬਾਤਾਂ ਦੇ ਦੌਰ ਚੱਲੇ, ਗੱਲ ਸਿਰੇ ਨਹੀਂ ਲੱਗ ਸਕੀ, ਗੱਲ ਟੁੱਟ ਗਈ। ਚਲੋ ਟੁੱਟੀ ਗੱਲ ਨੂੰ ਵੀ ਤੋੜਨਾ ਹੁੰਦਾ। ਅਖੀਰ ਉਹਨਾਂ ਦੇ ਮੋਦੀ ਸਾਹਿਬ ਦੇ ਐਡਵਾਈਜ਼ਰ ਨੇ ਜਾਂ ਉਹਨਾਂ ਦੇ ਆਪਣੇ ਮਨ 'ਚ ਆਇਆ, ਵਾਟਐਵਰ, ਮੈਨੂੰ ਨਹੀਂ ਪਤਾ ਕੀ ਹੋਇਆ, ਉਹਨਾਂ ਨੇ ਵਿੱਚ ਕਿਸੇ ਨੂੰ ਵਿਚੋਲਾ ਨਹੀਂ ਪਾਇਆ, ਸਿੱਧਾ ਹੀ ਬਾਬੇ ਨਾਨਕ ਨੂੰ ਪਾ ਕੇ ਉਹਨਾਂ ਨੇ ਕਾਨੂੰਨ ਵਾਪਸ ਲੈ ਲਏ, ਬੜੇ ਪਵਿੱਤਰ ਦਿਹਾੜੇ 'ਤੇ ਲਏ। ਤੇ ਇਸ ਕਰਕੇ ਸਾਡੇ ਅੱਧੇ ਤਾਂ ਜਿਹੜੇ ਯੂਨੀਅਨ ਵਾਲੇ ਘੜਮ ਚੌਧਰੀ ਸੀਗੇ, ਸ਼ਾਇਦ ਮੈਨੂੰ ਚਲੋ ਸੌਰੀ ਇਹ ਲਫ਼ਜ਼ ਨਹੀਂ ਵਰਤਣਾ ਚਾਹੀਦਾ ਸੀ, ਉਹ ਨਹੀਂ ਚਾਹੁੰਦੇ ਸੀਗੇ ਵੀ ਬਾਬਾ ਨਾਨਕ ਤੇ ਮੋਦੀ ਜੀ ਨੇ ਇਹ ਕ੍ਰੈਡਿਟ ਲੈ ਜਾਂਦੇ, ਉਹ ਆਪ ਕ੍ਰੈਡਿਟ ਲੈਣਾ ਚਾਹੁੰਦੇ ਸੀ। ਅੱਧੇ ਤਾਂ ਉਹਨਾਂ ਦੇ ਇਹ ਬੰਦੇ ਇਸ ਗੱਲੋਂ ਔਖੇ ਆ। ਦੂਸਰੀ ਗੱਲ, ਕਮੇਟੀ ਬਣ ਗਈ ਹੈ ਜੀ, 15 ਤਰੀਕ ਤੋਂ ਉਸ ਕਮੇਟੀ ਨੇ ਕੰਮ ਕਰਨਾ ਸ਼ੁਰੂ ਕਰਨਾ। ਤੇ ਇਹਦਾ ਕੀ ਫਰਕ ਪੈਂਦਾ ਸੀ ਜੇ ਉਹ ਆਏ ਸੀ, ਪੰਜਾਬ ਆਏ ਆ, ਪੰਜਾਬ ਨੂੰ ਕੁਝ ਦੇਣ ਆਏ ਆ। ਸਾਡੇ ਕੋਲੇ ਮੌਲਿਕ ਅਧਿਕਾਰ ਆ ਜੀ ਵੋਟ ਪਾਉਣਾ, ਉਹ ਤੁਸੀਂ ਆਪਦੇ ਮੌਲਿਕ ਅਧਿਕਾਰ ਨੂੰ ਵਰਤ ਕੇ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਓ, ਨੋਟਾਂ ਨੂੰ ਪਾ ਦਿਓ। ਤੁਸੀਂ ਕਿਸੇ ਤੇ ਵੀ ਨਹੀਂ ਖੁਸ਼, ਤੁਸੀਂ ਨੋਟਾਂ ਨੂੰ ਪਾ ਸਕਦੇ ਹੋ। ਆਪਣੇ ਸੰਵਿਧਾਨ ਨੇ ਉਹ ਵੀ ਆਪਾਂ ਨੂੰ ਦਿੱਤਾ ਇੱਕ ਫੰਡਾਮੈਂਟਲ ਰਾਈਟਸ ਵੀ ਤੁਸੀਂ ਆਪਣੀ ਵੋਟ ਜਿਹਨੂੰ ਮਰਜ਼ੀ ਪਾਓ। ਕੱਲ੍ਹ ਤਾਂ ਉਹ ਕਿਸੇ ਤੋਂ ਕੁਝ ਲੈਣ ਨਹੀਂ ਆਏ ਸੀ, ਪੰਜਾਬ ਨੂੰ ਕੁਝ ਦੇਣ ਆਏ ਸੀ। ਸਾਨੂੰ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ ਸੀ, ਉਹਨਾਂ ਨੂੰ ਦੇਖਣਾ ਚਾਹੀਦਾ ਸੀ ਪੰਜਾਬ ਦਾ ਕਿੰਨਾ ਭਲਾ ਕਰਕੇ ਜਾਂਦੇ। ਬਹੁਤ ਵੱਡੇ ਸੋਹਣੇ ਪ੍ਰੋਜੈਕਟ ਲੈ ਕੇ ਆਏ ਸੀ। ਤੇ ਸਾਨੂੰ ਤਾਂ ਹਜੇ, ਮੈਂ ਤਾਂ ਨਵਾਂ ਜੁਆਇਨ ਕੀਤਾ, ਇੰਨਾ ਜ਼ਿਆਦਾ ਡਿਟੇਲ 'ਚ ਪਤਾ ਵੀ ਨਹੀਂ। ਤੁਸੀਂ ਕਿਸੇ ਪੁਰਾਣੇ BJP ਦੇ ਸੀਨੀਅਰ ਬੰਦੇ ਨੂੰ ਪੁੱਛੋ, ਉਹ ਤੁਹਾਨੂੰ ਡਿਟੇਲ 'ਚ ਦੱਸਣਗੇ ਵੀ ਉਹਨਾਂ ਦੇ ਕੀ ਏਜੰਡੇ ਸੀ। ਸਾਨੂੰ ਸੁਣਨਾ ਚਾਹੀਦਾ ਸੀ, ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੀ ਉੱਥੇ ਆਉਣ ਦਾ। ਨਹੀਂ, ਬਿਲਕੁਲ ਕਿਸਾਨਾਂ ਨੇ ਜਿਹੜੀ ਗੱਲ ਕਹਿ ਰਹੀ ਹੈ ਕਿ ਪਿਆਰਿਆਣੇ ਦੇ ਜਿਹੜੇ ਓਵਰ ਬ੍ਰਿਜ ਤੇ ਖੜੇ ਨੇ, ਉੱਤੇ ਨਰਿੰਦਰ ਮੋਦੀ ਜਿੰਦਾਬਾਦ ਦੇ ਨਾਅਰੇ ਦੀਆਂ ਵੀ ਜਿਹੜੀਆਂ ਨੇ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਕਿ BJP ਦਾ ਕਾਰਕੁਨ ਹੈਗਾ ਉਹ ਬਿਲਕੁਲ ਗੱਡੀ ਕੋਲੇ ਖੜ ਕੇ ਕਹਿ ਰਹੇ ਜੀ ਮੈਂ ਇੱਥੇ ਪਹੁੰਚ ਗਿਆ। ਇਹ ਬੜੀ ਹੈਰਾਨੀ ਦੀ ਗੱਲ ਹੋ ਰਹੀ ਹੈ ਕਿ ਉੱਥੇ BJP ਦੇ ਲੋਕ ਪਹੁੰਚ ਰਹੇ ਨੇ, ਨਰਿੰਦਰ ਮੋਦੀ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ, ਜਦ ਕਿ ਇਹ ਰੂਟ ਬੜਾ ਵੈਲ ਪਲਾਨਡ ਸੀ। ਇੱਥੇ ਕਿਸਾਨ ਕਿਤੇ ਵੀ ਨਹੀਂ ਮਿਲੇ। ਬਠਿੰਡੇ ਤੋਂ ਲੈ ਕੇ ਜੇਕਰ ਗੱਲ ਕਰੀਏ ਰੂਟ, ਜੇਕਰ ਉੱਥੇ ਕੈਪਟਨ ਅਮਰਿੰਦਰ ਸਿੰਘ ਜਾ ਸਕਦੇ ਆ ਇਸੇ ਰੂਟ ਦੇ ਜਰੀਏ ਤੁਹਾਡੇ VIP ਜਾ ਸਕਦੇ, ਤਾਂ ਫਿਰ ਮੋਦੀ ਸਾਹਿਬ ਵੇਲੇ ਇਹ ਕਿਉਂ ਘਟਨਾ ਵਾਪਰੀ? ਮੈਂ ਰਾਤੀ ਜੀ ਪਿਆਰਿਆਣੇ ਦੇ ਨਾਲ ਪਿੰਡ ਆ ਭੰਬਾਲੰਡਾ ਜੀ, ਉੱਥੇ ਦਾ ਮੁੰਡਾ ਮੇਰਾ ਦੋਸਤ ਆ, ਮੈਂ ਉਹਨੂੰ ਰਾਤ ਫੋਨ ਕੀਤਾ ਸਪੈਸ਼ਲੀ। ਉਹਨੇ ਵੀ ਮੈਨੂੰ ਦੱਸਿਆ ਵੀ ਮੇਰੇ ਕੋਲੇ ਕਾਫੀ ਪੁਲਿਸ ਅਫਸਰ ਆ ਕੇ ਠਹਿਰੇ ਹੋਏ ਸੀਗੇ ਉੱਥੇ, ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਸੀ DSP ਲੈਵਲ ਦੇ। ਕਹਿੰਦਾ ਉਹ ਵੀ ਮੱਥੇ ਤੇ ਹੱਥ ਮਾਰ ਰਹੇ ਸੀ ਵੀ ਬਹੁਤ ਗਲਤ ਹੋਇਆ, ਜੋ ਵੀ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ। ਜਿੱਥੋਂ ਤੱਕ ਹੈਗੀ ਆ ਵੀ ਉਹ ਕਿਵੇਂ ਆਏ, BJP ਵਾਲੇ ਜਿੰਦਾਬਾਦ ਦੇ ਨਾਅਰੇ ਲਾਏ, ਕਿਉਂਕਿ ਉਹ ਰੂਟ ਪਹਿਲਾਂ ਉਹਨਾਂ ਨੇ ਰੋਕਿਆ ਹੋਇਆ ਸੀਗਾ। ਜਿਹੜੇ ਸਾਡੀਆਂ ਬੱਸਾਂ ਗਈਆਂ, ਮੈਂ ਵੀ ਬੱਸਾਂ ਭੇਜੀਆਂ ਮੋਗੇ ਤੋਂ, ਮੇਰੇ ਨਾਲ ਇੱਕ ਮੁੰਡਾ ਹੋਰ ਅਕਾਲੀ ਦਲ ਦਾ ਜੁਆਇਨ ਕਰਾਇਆ ਸੀ, ਮੈਂ ਹੀ ਕਰਾਇਆ ਸੀ ਥੋੜ੍ਹੇ ਦਿਨ ਪਹਿਲਾਂ, ਜਗਦੀਪ ਸਿੰਘ ਗਟਰਾ, ਉਹਨੇ ਵੀ ਬੱਸਾਂ ਭੇਜੀਆਂ। ਸਾਡੀਆਂ ਬੱਸਾਂ ਨੂੰ ਵੀ ਰੋਕਿਆ ਗਿਆ। ਇੱਕ ਹੋਰ ਸਾਡੇ ਮੁੰਡੇ ਮੋਗੇ ਦੇ BJP ਵਾਲੇ ਆ, ਉਹ ਵੀ ਬੱਸਾਂ ਲੈ ਕੇ ਗਿਆ, ਉਹਦਾ ਸਿਰ ਵੀ ਪਾੜਿਆ ਗਿਆ ਉੱਥੇ। ਤੂੰ ਮੈਂ ਤਕਰਾਰ ਹੋਇਆ, ਤਕਰਾਰ ਦੇ ਵਿੱਚ ਉਹਦਾ ਸਿਰ ਵੀ ਪਾਟਿਆ ਵਿਚਾਰੇ ਦਾ। ਪਰ ਗੱਲ ਤਾਂ ਇਹ ਆ ਵੀ ਉੱਥੇ ਜਦੋਂ ਬੱਸਾਂ ਰੋਕ ਰਹੇ ਸੀ, ਲੋਕ ਇਕੱਠੇ ਸੀ, ਉੱਥੇ ਸਾਡੇ BJP ਵਾਲੇ ਲੋਕ ਵੀ ਸੀਗੇ, ਉੱਥੇ ਕਿਸਾਨ ਵੀ ਸੀ। ਜਦੋਂ ਕਾਫਲਾ ਰੁਕ ਗਿਆ, ਕੋਈ 1-2 ਬੰਦੇ BJP ਵਾਲੇ ਉੱਥੋਂ ਤੁਰ ਕੇ ਪ੍ਰਧਾਨ ਮੰਤਰੀ ਜੀ ਵਾਲੇ ਪਾਸੇ ਚਲੇ ਗਏ ਹੋਣੇ, ਪਰ ਇਹ ਵੀਡੀਓ ਮੈਂ ਨਹੀਂ ਦੇਖੀ, ਮੈਂ ਇਸ 'ਤੇ ਕੋਈ ਟਿੱਪਣੀ ਵੀ ਨਹੀਂ ਕਰਨਾ ਚਾਹੁੰਦਾ। ਪਰ ਜੇ ਜਾ ਕੇ ਉੱਥੇ ਵਰਕਰਾਂ ਨੇ, BJP ਦੇ ਵਰਕਰਾਂ ਨੇ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦਾਬਾਦ ਕਹਿਤਾ, ਇਹਦੇ 'ਚ ਕੀ ਗੁਨਾਹ ਜੀ?
ਅਸੀਂ ਤਾਂ ਜਿੰਦਾਬਾਦ ਕਹਾਂਗੇ। ਜਦੋਂ ਆਪਦੀ ਪਾਰਟੀ ਦੇ ਬੰਦੇ ਦੀ ਜਿੰਦਾਬਾਦ ਨਹੀਂ ਕਹਿਣਾ, ਉੱਥੇ ਕਿਸਾਨਾਂ ਨੇ ਮੁਰਦਾਬਾਦ ਮੋਦੀ ਜੀ ਨੂੰ ਆਖਿਆ, ਜਿਹੜੇ ਸਾਡੇ ਵਰਕਰ ਸੀ ਉਹਨਾਂ ਨੇ ਜਿੰਦਾਬਾਦ ਮੋਦੀ ਜੀ ਆਖਿਆ। ਪਰ ਕਹਿਣ ਤੋਂ ਭਾਵ ਵੀ ਦੋਨੇ ਧਿਰਾਂ ਉੱਥੇ ਸੀਗੀਆਂ ਨਾ। ਹਾਂ ਬਿਲਕੁਲ ਸੀਗੇ ਜੀ, ਮੌਜੂਦ ਸੀ। ਸਾਡੇ ਬੰਦੇ ਔਨ ਰੋਡ ਮੋਗੇ ਤੋਂ, ਜਿਹੜਾ ਮੋਗਾ ਸਾਈਡ ਸੀ, ਲੁਧਿਆਣਾ ਸਾਈਡ ਸੀ, ਜਿਹੜਾ ਇੱਧਰੋਂ ਚੰਡੀਗੜ੍ਹ ਵਾਲਾ ਟ੍ਰੈਫਿਕ ਸੀ, ਸਾਰਾ ਉਸ ਰੋਡ ਤੇ ਹੀ ਲੰਘ ਰਿਹਾ ਸੀ। ਨਾਲੇ ਕਿਹਾ ਜਾ ਰਿਹਾ ਕਿ ਨਰਿੰਦਰ ਮੋਦੀ ਜੀ ਲਈ ਡੈਡੀਕੇਟਡ ਰੂਟ ਸੀਗਾ। ਨਹੀਂ, ਮੇਰਾ ਖਿਆਲ ਹੈ ਕੋਈ ਡੈਡੀਕੇਟਡ ਰੋਡ, ਜੇ ਡੈਡੀਕੇਟਡ ਰੋਡ ਹੁੰਦਾ ਫਿਰ ਉਹ ਪੁਲ ਦੇ ਉੱਤੇ ਟਰਾਲੀਆਂ ਕਿਵੇਂ ਲਾ ਲੀਆਂ ਜੀ। ਲਾਊਡ ਸਪੀਕਰ ਦੇ ਵਿੱਚ, ਮੇਰੇ ਦੋਸਤ ਦੇ ਦੱਸਣ ਮੁਤਾਬਕ, ਲਾਊਡ ਸਪੀਕਰ ਦੇ ਵਿੱਚ ਪਿੰਡ ਦੇ 'ਚ ਬੋਲਿਆ ਗਿਆ ਵੀ ਮੋਦੀ ਸਾਹਿਬ ਇਸ ਰੂਟ ਤੋਂ ਹੀ ਲੰਘ ਰਹੇ ਆ, ਫਟਾਫਟ ਆ ਜਾਓ, ਆਪਾਂ ਰਸਤਾ ਰੋਕਣਾ ਹੈਗਾ। ਔਰ ਦੇਖੋ ਸਾਡੀ ਪੰਜਾਬ ਪੁਲਿਸ ਦੀ ਨਾਕਾਮੀ, ਪੰਜਾਬ ਸਰਕਾਰ ਦੀ ਨਾਕਾਮੀ, ਸਿਰਫ 20 ਬੰਦਿਆਂ ਉੱਥੇ ਖੜ ਕੇ 2 ਟਰਾਲੀਆਂ ਅੱਗੇ ਲਾ ਕੇ ਇੱਕ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ, ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ। ਸਾਡੀ ਪੰਜਾਬੀ ਸਭਿਅਤਾ ਦਾ ਸੱਤਿਆਨਾਸ਼ ਕਰਤਾ ਜੀ ਇਸ ਗੱਲ ਨੇ। ਅਸੀਂ ਤਾਂ ਬੜੇ ਫਰਾਕ ਦਿਲ ਹਾਂ, ਜਿਹੜਾ ਖਾਸ ਕਰਕੇ ਸਾਡੇ ਤੇ ਉਹ ਕੋਈ ਹਮਲਾ ਕਰਨ ਤਾਂ ਆਏ ਨਹੀਂ ਸੀਗੇ, ਉਹ ਤਾਂ ਸਾਨੂੰ ਕੁਝ ਦੇਣ ਆਏ ਸੀ, ਉਹ ਕੁਝ ਆਪਣੀਆਂ ਪੰਜਾਬ ਦਾ ਭਲਾ ਕਰਨ ਆਏ ਸੀ। ਪਰ ਇਹ ਵੀ ਗੱਲ ਮੰਨ ਸਕਦੇ ਆ ਤੁਹਾਡੀ, ਜਿਵੇਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਐਡਰੈਸ ਕਰ ਰਹੇ ਨੇ, ਉਹ ਸਾਰਾ ਪੰਡਾਲ ਖਾਲੀ ਹੈ, ਵਰਕਰ ਉੱਥੇ ਪਹੁੰਚ ਨਹੀਂ ਸਕੇ, ਤੇ ਸ਼ਾਇਦ ਨਰਿੰਦਰ ਮੋਦੀ ਜੀ ਉੱਥੇ ਖੜ ਕੇ ਉਡੀਕ ਰਹੇ ਸੀਗੇ ਕਿ ਵਰਕਰ ਪਹੁੰਚ ਗਏ ਜਾਂ ਨਹੀਂ ਪਹੁੰਚ ਗਏ। ਉਹਨਾਂ ਨੂੰ ਸੁਣਨ ਵਾਲੇ ਤੇ ਸ਼ਾਇਦ ਇਹ ਵੀ ਕਹਾਣੀ ਹੋ ਸਕਦੀ ਹੈ ਕਿ ਜਦੋਂ ਵਰਕਰ ਹੀ ਨਹੀਂ ਪਹੁੰਚੇ ਪੰਡਾਲ 'ਚ ਤੇ ਉਹਨਾਂ ਨੇ ਵਾਪਸ ਜਾਣਾ ਜਿਹੜਾ ਮੁਨਾਸਿਬ ਸਮਝਿਆ। ਨਹੀਂ ਜੀ, ਦੇਖੋ ਠੀਕ ਆ, ਉਹਦੇ 'ਚ ਸਾਤੋਂ ਗਲਤੀਆਂ ਹੋਈਆਂ। ਵੈਦਰ ਦੀ ਰਿਪੋਰਟ ਦੇ ਵਿੱਚ ਕੀ ਗੱਲ ਹੋਈ ਆ, ਕੀ ਕਮੀ ਰਹਿ ਗਈ ਆ, ਇਸ ਉੱਤੇ ਮੈਂ ਕੁਝ ਨਹੀਂ ਕਹਿਣਾ ਚਾਹੂੰਗਾ। ਹਾਂ, ਉਹਦੇ 'ਚ ਇਹ ਵੀ ਕਮੀ ਰਹੀ ਆ ਵੀ ਸਾਨੂੰ ਵਾਟਰਪ੍ਰੂਫ ਟੈਂਟ ਲਾਉਣਾ ਚਾਹੀਦਾ ਸੀ। ਇਹਨਾਂ ਦਿਨਾਂ 'ਚ ਜਨਰਲੀ ਦਸੰਬਰ ਐਂਡ ਜਨਵਰੀ ਦੇ ਪਹਿਲੇ ਵੀਕ ਬਾਰਿਸ਼ ਹੁੰਦੀ ਆ, ਸਾਨੂੰ ਉੱਥੇ ਥੋੜਾ ਬਹੁਤਾ ਟੈਂਟ ਜਿਹੜਾ ਸੀ ਵਾਟਰਪ੍ਰੂਫ ਲਾਉਣਾ ਚਾਹੀਦਾ ਸੀ। ਮੇਰੇ ਬੰਦੇ ਖੁਦ ਗਏ ਆ, ਉਹ ਉੱਥੇ ਬੱਸਾਂ 'ਚ ਬੈਠੇ ਰਹੇ, ਉਹਨਾਂ ਨੇ ਬੱਸਾਂ 'ਚੋਂ ਵੀਡੀਓ ਬਣਾ ਕੇ ਮੈਨੂੰ ਭੇਜੀ ਆ। ਮੇਰੇ ਕੋਲ ਵੀ ਵੀਡੀਓ, ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵੀ ਭਾਜੀ ਬਾਰਿਸ਼ ਹੋ ਰਹੀ ਆ, ਅਸੀਂ ਉਤਰ ਨਹੀਂ ਸਕਦੇ। ਮੈਂ ਕਿਹਾ ਕੋਈ ਨਹੀਂ ਬੱਲਿਓ, ਮੈਂ ਵੀ ਪਰਲੇ ਪਾਸੇ ਖੜਾ, ਮੈਂ ਵੀ ਗੱਡੀ 'ਚ ਹੀ ਬੈਠਾ, ਕੋਈ ਨਹੀਂ, ਮੈਂ ਵੀ ਉਤਰ ਕੇ ਜਾ ਰਿਹਾ, ਚਲੋ ਤੁਸੀਂ ਕੋਸ਼ਿਸ਼ ਕਰੋ। ਮੈਂ ਉਤਰ ਕੇ ਗਿਆ ਵੀ ਆ, ਪਰ ਉੱਥੇ ਮੌਸਮ ਹੀ ਇੰਨਾ ਖਰਾਬ ਸੀ, ਇੰਨਾ ਚਿੱਕੜ ਸੀਗਾ, ਵਿਚਾਰੇ ਵਰਕਰ ਕਿੱਥੇ ਕਰਦੇ। ਜੇ ਤੁਸੀਂ ਕਹੀਏ ਵੀ ਸਾਡੇ ਬੰਦੇ ਪਹੁੰਚੇ ਨਹੀਂ, ਬੰਦੇ ਪਹੁੰਚੇ ਆ, ਇਧਰੋਂ ਆਏ ਆ। ਜਿਹੜਾ ਉੱਥੇ ਤੁਸੀਂ ਤਰਨਤਾਰਨ ਅੰਮ੍ਰਿਤਸਰ ਨੂੰ ਗਏ ਹੋ, ਤਰਨਤਾਰਨ ਵਾਲਾ ਜਿਹੜਾ ਉੱਥੇ ਹਰੀਕੇ ਵਾਲਾ ਪੁਲ ਆ, ਉੱਥੇ ਵੀ ਇਹਨਾਂ ਨੇ ਸਾਡੀਆਂ ਬੱਸਾਂ ਰੁਕੀਆਂ। ਜਿਹੜਾ ਮਾਝੇ ਦੁਆਬੇ ਤੋਂ ਜ਼ੋਰ ਸਾਡਾ ਟ੍ਰੈਫਿਕ ਆ ਰਿਹਾ ਸੀ, ਉਹ ਉੱਥੇ ਨਹੀਂ ਸੀ ਰੋਕਣਾ ਚਾਹੀਦਾ। ਦੇਖੋ ਜੇ ਇਹਨਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਆ, ਤੇ ਕਿਸੇ ਵੀ ਪਾਰਟੀ ਨੂੰ ਰੈਲੀ ਕਰਨ ਤੋਂ ਵੀ ਰੋਕਣਾ ਕੋਈ ਇਹ ਚੰਗੀ ਗੱਲ ਨਹੀਂ ਹੈ। ਸੋ ਕਹਿ ਲਿਆ ਜਾਵੇ ਤਿੰਨੇ ਚੀਜ਼ਾਂ ਰਲ ਗਈਆਂ, ਮੌਸਮ ਦੀ ਬਦਮਿਜ਼ਾਜੀ ਵੀ ਰਲ ਗਈ, ਕਿਸਾਨਾਂ ਦਾ ਪ੍ਰੋਟੈਸਟ ਵੀ ਰਲ ਗਿਆ, ਵਰਕਰਾਂ ਦਾ ਸੰਭਾਵਿਤ ਇਕੱਠ ਵੀ ਨਾ ਪਹੁੰਚਣਾ, ਤੇ ਸੋ ਇਹ ਰੈਲੀ ਕੈਂਸਲ ਹੋਣ ਦਾ ਮੁੱਖ ਕਾਰਨ ਸਮਝਿਆ ਜਾ ਸਕਦਾ। ਬਿਲਕੁਲ ਜੀ, ਔਰ ਮੈਂ ਸਮਝਦਾ ਵੀ ਇਹ ਰੈਲੀ ਕੈਂਸਲ ਕਰ ਦੇਣੀ ਚਾਹੀਦੀ ਸੀ। ਕਿਉਂ ਨਹੀਂ ਕੀਤੀ ਇਹ ਉਹ ਦੱਸ ਸਕਦੇ ਆ, ਕਰ ਦੇਣੀ ਚਾਹੀਦੀ ਸੀ। ਇਹਦੇ 'ਚ ਸਾਰਿਆਂ ਤਰ੍ਹਾਂ ਦਾ ਭਲਾ ਸੀ। ਉਹੀ ਜੇ ਵਰਚੁਅਲ ਮੀਟਿੰਗ ਕਰਕੇ ਉੱਥੇ ਕੋਈ ਰੱਖ ਕੇ ਇਹ ਜਿਹੜੇ ਸੀਗੇ ਕਰ ਦੇਣਾ ਚਾਹੀਦਾ ਸੀ। ਬਟ ਜੋ ਵੀ ਹੋਇਆ ਇਹ ਬੜਾ ਮਾੜਾ ਮੰਦਭਾਗਾ। ਉਹ ਮੇਰਾ ਪ੍ਰਧਾਨ ਮੰਤਰੀ ਨਹੀਂ, ਉਹ ਤੁਹਾਡਾ ਪ੍ਰਧਾਨ ਮੰਤਰੀ ਨਹੀਂ, ਉਹ ਬੀਜੇਪੀ ਦਾ ਪ੍ਰਧਾਨ ਮੰਤਰੀ ਨਹੀਂ, ਉਹ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ, ਉਹ ਇੰਡੀਆ ਦਾ ਪ੍ਰਧਾਨ ਮੰਤਰੀ ਆ। ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਰਵੀ ਜੀ, ਇੱਕ ਚੀਜ਼ ਦੱਸੋ ਕਿ ਸਾਰੇ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਲੈ ਕੇ ਚੱਲਦੇ ਹੋ, ਰੁਖ ਕੀ ਨਜ਼ਰ ਆਉਂਦਾ ਹੈ? ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ, ਲੋਕ ਬੜੇ ਡਰੇ ਹੋਏ ਨੇ ਕਿ ਬੀਜੇਪੀ ਜਿਹੜੀ ਆ ਉਹ ਪੋਲਰਾਈਜ਼ ਕਰਕੇ ਪੰਜਾਬ ਦੇ ਮਾਹੌਲ ਨਾ ਖਰਾਬ ਕਰ ਦੇ। ਜੋ ਕੱਲ੍ਹ ਦਾ ਮਾਹੌਲ ਆ, ਬੜੀ ਚਰਚਾ, ਡਰ ਤੇ ਸਹਿਮ ਵਾਲਾ ਮਾਹੌਲ ਪੈਦਾ ਹੋਇਆ ਪਿਆ। ਭਾਜੀ ਮੈਂ ਤਾਂ ਆਪ ਤੁਹਾਨੂੰ ਕਹੂੰਗਾ, ਮੈਂ ਤਾਂ ਆਪ ਬੇਨਤੀ ਕਰੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੇਰੇ ਵੱਲੋਂ ਬੇਨਤੀ ਹੈ ਜੀ, ਬਿਲਕੁਲ ਰਾਸ਼ਟਰਪਤੀ ਰਾਜ ਲਾਉਣਾ ਚਾਹੀਦਾ। ਅਨਾਰਕੀ ਆ ਜੀ ਇਹ ਕੋਈ। ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਭਾਜੀ, ਇੱਕ ਮੁੰਡਾ ਝਾੜੂ ਵਾਲਾ ਸਾਡੇ ਮੋਗਿਓਂ ਟਿਕਟ ਮੰਗਦਾ, ਉਹਦੀ ਇੱਕ ਟੈਂਪੂ ਜਾਂਦਾ, ਉਹਨੂੰ 4 ਆ ਕੇ ਉਹਨਾਂ ਦੀਆਂ ਫੇਸਸ ਨਹੀਂ ਆਏ, ਪਤਾ ਨਹੀਂ ਉਹ ਕਿਸਾਨ ਸੀ ਕੌਣ ਸੀ, ਉਹਨੂੰ ਕਹਿੰਦੇ ਤੈਨੂੰ ਨਹੀਂ ਪਤਾ ਉਹ ਇਹੋ ਜਿਹੇ ਕੋਡ ਆਫ ਕੰਡਕਟ ਨਹੀਂ ਲੱਗਿਆ, ਤੂੰ ਕਿਵੇਂ ਪ੍ਰਚਾਰ ਕਰ ਸਕਦਾ? ਐਂ ਯਾਰ ਕਰ ਲੈ ਕੋਈ ਯਾਰੋ। ਇਹ ਹਰ ਕਿਸੇ ਨੂੰ ਆਪਣੇ ਬੋਲਣ ਦਾ, ਜੇ ਤੁਹਾਨੂੰ ਬੋਲਣ ਦਾ ਅਧਿਕਾਰ ਆ, ਤੁਹਾਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਆ, ਕਿਸੇ ਨੂੰ ਵੀ ਵੋਟਾਂ ਮੰਗਣ ਦਾ, ਆਪਦੀ ਪਾਰਟੀ ਦਾ ਹੱਕ 'ਚ ਗੱਲ ਕਰਨ ਦਾ ਅਧਿਕਾਰ ਆ ਯਾਰ। ਇਹ ਵੀ ਹੋ ਸਕਦਾ ਕਿਸਾਨਾਂ ਦੇ ਭੇਸ ਦੇ ਵਿੱਚ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਕਰ ਰਹੀਆਂ। ਨਹੀਂ, ਆਈ ਥਿੰਕ ਮੈਂ ਨਹੀਂ ਇਹ ਸੋਚਦਾ, ਇਟ ਇਜ਼ ਨਾਟ ਪੋਸੀਬਲ। ਕੋਈ ਵੀ ਜਿਹੜੀ ਸਰਹੱਦ ਪਾਰਟੀ ਆ ਉਹ ਇਦਾਂ ਦਾ ਭਾਜੀ ਕਦੇ ਵੀ ਕੁਝ ਨਹੀਂ ਕਰੂਗਾ। ਦੇਖੋ ਮੈਂ ਵੀ ਕਾਂਗਰਸ 'ਚ ਕੰਮ ਕੀਤਾ, ਸਾਨੂੰ ਕਦੇ ਕਾਂਗਰਸ ਵਾਲਿਆਂ ਨੇ ਕਿਹਾ ਸੀਗਾ ਵੀ ਤੁਸੀਂ ਕਿਸਾਨਾਂ ਦੇ ਭੇਦ 'ਚ ਜਾ ਕੇ ਮੋਦੀਬਾਦ ਨੂੰ ਮੁਰਦਾਬਾਦ ਕਹੋ। ਕੋਈ ਪਾਰਟੀ ਜਿਹੜੀ ਸਰਹੱਦ ਪਾਰਟੀ ਆ ਉਹ ਇਹੋ ਜਿਹਾ ਕੁਝ ਨਹੀਂ ਕਰੂ। ਕੀ ਲੱਗਦਾ ਫਿਰ ਕਿਸਾਨ ਕਿਉਂ, ਸਾਰਿਆਂ ਦੇ ਮਗਰ ਕਿਸਾਨ ਕਿਉਂ ਪੈ ਗਏ? ਫਿਰ ਬਹੁਤ ਗਲਤ ਹੈ ਮੇਰਾ ਖਿਆਲ। ਪਤਾ ਨਹੀਂ ਕੋਈ ਪਿੱਛੇ ਇਹਨਾਂ ਦੇ ਏਜੰਸੀ ਹੈ ਜੀ, ਕੀ ਹੈ ਕੀ ਨਹੀਂ। ਜੋ ਵੀ ਹੋ ਰਿਹਾ ਪੰਜਾਬ ਦੇ ਵਿੱਚ, ਤੁਸੀਂ ਮੇਰੇ ਤੋਂ ਥੋੜੀ ਬਹੁਤੀ ਉਮਰ 'ਚ ਛੋਟੇ ਹੋਵੋਗੇ ਭਾਜੀ, ਅਸੀਂ 82 83 84 'ਚ ਕਾਲਜ ਪੜ੍ਹਦੇ ਸੀ, ਉਦੋਂ ਵੀ ਇਦਾਂ ਦਾ ਮਾਹੌਲ ਬਣ ਗਿਆ ਸੀ, ਜਿਹੜਾ ਕਿ ਸਾਨੂੰ ਫਿਰ ਬਲੂ ਸਟਾਰ ਵਾਲੇ ਪਾਸੇ ਧੱਕਿਆ ਗਿਆ। ਫਿਰ ਉਦੋਂ ਬਾਅਦ ਦੰਗਿਆਂ ਵੱਸ ਗਿਆ, ਆਪਣੀ ਕੌਮ ਦਾ ਅਥਾਹ ਨੁਕਸਾਨ ਹੋਇਆ। ਅਸੀਂ ਕਹਿੰਦੇ ਹਾਂ ਵੀ ਉਸ ਪਾਸੇ ਨੂੰ ਨਾ ਜਾਵੇ, ਅਸੀਂ ਉਹ ਮਾਹੌਲ ਦੇਖਿਆ ਹੋਇਆ।
ਮਾੜਾ ਵਕਤ ਸੀ। ਆਪਾਂ ਖੁਸ਼ਹਾਲ ਸਟੇਟ ਆ ਇਹ, ਜਿਹੜੀ ਇਹਦੇ 'ਚ ਡਾਊਨਫਾਲ ਆਈ ਆ, ਆਪਾਂ ਇਹਨੂੰ ਅਪਲਿਫਟ ਕਰੀਏ। ਮੋਦੀ ਸਾਹਿਬ ਇਹਨੂੰ ਉੱਪਰ ਚੱਕਣ ਆਏ ਸੀ, ਆਪਾਂ ਨੂੰ ਉੱਪਰ। ਛੋਟੇ ਮਾਰਜਨ ਕਿਸਾਨਾਂ ਦਾ ਜੋ ਹਾਲ ਆ ਤੁਹਾਨੂੰ ਪਤਾ, ਈਵਨ ਕਿ ਜਿਹੜੇ ਚੰਗੇ ਕਿਸਾਨ ਆ, ਸੌਖੇ ਕਿਸਾਨ ਆ, ਉਹ ਅਸੀਂ ਖਰਚੇ ਵਧਾ ਲੈਂਦੇ ਆ, ਸਾਰਾ ਵਰਕ ਹੀ ਆਊਗਾ। ਇਸ ਕਰਕੇ ਸਾਨੂੰ ਬੜੀ ਸਹਿਜਤਾ ਨਾਲ ਇੱਥੇ ਚੰਗੀ ਲੀਡਰਸ਼ਿਪ ਚਾਹੀਦੀ ਹੈ, ਤਾਂ ਜੋ ਆਪਣੀ ਕੁਛ ਪੰਜਾਬ ਦੇ ਵਿੱਚ ਪ੍ਰੋਸਪੈਰਿਟੀ ਆ ਸਕੇ। ਅੱਛਾ, ਸਭ ਤੋਂ ਇੱਕ ਗੱਲਬਾਤ ਖਤਮ ਕਰਨ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਬੀਜੇਪੀ ਦੇ ਕਿਹੜੇ ਲੋਕ ਐਕਟਿਵ ਨੇ, ਕਿਸ ਤਰ੍ਹਾਂ ਅਪਰੋਚ ਕੀਤਾ ਜਾ ਰਿਹਾ? ਤੁਸੀਂ ਖੁਦ ਅਪਰੋਚ ਕਰ ਰਹੇ ਹੋ ਬੀਜੇਪੀ ਨੂੰ, ਜਾਂ ਬੀਜੇਪੀ ਵੀ ਜਿਹੜੇ ਉਹਨਾਂ ਕੀ ਕਹਿੰਦੇ ਲੀਡਰਾਂ ਨੂੰ, ਸਿਆਸਤਦਾਨਾਂ ਨੂੰ ਅਪਰੋਚ ਕਰ ਰਹੀ ਹੈ ਜਿਹੜੇ ਆਪਦੇ ਪਾਰਟੀ ਤੋਂ ਹਤਾਸ਼ ਨੇ ਵੀ ਸਾਡੇ ਵੱਲ ਆ ਜਾਓ? ਨਹੀਂ ਭਾਜੀ, ਮੈਂ ਬਿਲਕੁਲ ਸੱਚਾ ਸੁੱਚਾ ਜਿਹਾ ਬੰਦਾ ਜੀ। ਤੁਸੀਂ ਕਿਸੇ ਨੂੰ ਮੋਗਿਓ ਗੱਲ ਕਰਕੇ ਪੁੱਛ ਲਓ ਵੀ ਰਵੀ ਦਾ ਸੁਭਾਅ ਕਿੱਦਾਂ ਦਾ। ਮੈਂ ਝੂਠ ਨਹੀਂ ਬੋਲਦਾ। ਸਿਆਸਤ 'ਚ ਕਾਮਯਾਬੀ ਮਿਲੇ ਨਾ ਮਿਲੇ ਉਹ ਗੱਲ ਬਾਅਦ ਦੀ ਆ ਭਾਜੀ। ਮੇਰਾ ਆਪਦਾ ਮਨ ਬਣਿਆ 100%। ਮੈਂ ਉਹਨਾਂ ਨੂੰ ਅਪਰੋਚ ਕੀਤਾ, ਮੈਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ। ਮੈਂ ਆਪਣੇ ਦਿਲੋਂ ਗਿਆ। ਮੇਰੇ ਨਾਲ ਇੱਕ ਮੁੰਡਾ ਯੂਥ ਅਕਾਲੀ ਦਲ ਦਾ ਗਿਆ, ਉਹ ਵੀ ਮੇਰੇ ਕੋਲੇ ਆਇਆ, ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ। ਪਰ ਪਾਰਟੀਆਂ ਸਾਡੀਆਂ ਵੱਖਰੀਆਂ ਸੀ ਭਾਵੇਂ, ਪਰ ਮੇਰਾ ਵਧੀਆ ਦੋਸਤ ਸੀ, ਮੇਰਾ ਛੋਟਾ ਭਰਾਵਾਂ ਵਾਂਗੂ ਆ ਉਹ। ਉਹਨੇ ਵੀ ਮੈਨੂੰ ਕਿਹਾ ਵੀ ਭਾਜੀ ਅਕਾਲੀ ਦਲ 'ਚ ਤਾਂ ਖੜੋਤ ਆ ਗਈ ਆ, ਸਾਡੇ ਕੋਲੇ ਕੋਈ ਚੁਆਇਸ ਨਹੀਂ ਬਚੀ, ਮੈਂ ਇਲੈਕਸ਼ਨ ਲੜਨਾ ਚਾਹੁੰਦਾ, ਮੈਂ ਕੀ ਕਰਾਂ? ਮੈਂ ਕਿਹਾ ਬਈ ਕੋਈ ਚੁਆਇਸ ਹੈ ਬੀਜੇਪੀ। ਕਹਿੰਦਾ ਮੇਰੀ ਗੱਲ ਕਰਾਓ। ਮੈਂ ਹੀ ਉਹਦੀ ਬੀਜੇਪੀ ਦੀ ਗੱਲ ਕਰਾਈ ਆ। ਮੈਂ ਦਿੱਲੀ ਜਾ ਕੇ ਜੁਆਇਨ ਕੀਤਾ, ਹਾਲਾਂਕਿ ਉਹਨੂੰ ਕਰਾਇਆ ਮੈਂ ਆਪ ਫਿਰੋਜ਼ਪੁਰ ਕੀਤਾ, ਰਾਣਾ ਸੋਢੀ ਜੀ ਦੇ ਤੇ ਮੈਨੂੰ ਸ਼ਖਾਵਤ ਸਾਹਿਬ ਨੇ ਕਰਾਇਆ। ਸੋ ਕੀ ਲੱਗਦਾ ਕਿ ਅੱਗੇ ਟਿਕਟ ਦਾ ਵਾਅਦਾ ਕੀਤਾ ਗਿਆ, ਕਿੱਥੋਂ ਚੋਣ ਲੜਨ ਦਾ ਮਨ? ਭਾਜੀ ਮੈਂ ਪਿਛਲੇ 20 ਸਾਲ ਤੋਂ 21 ਸਾਲ ਤੋਂ ਕਾਂਗਰਸ ਦੇ ਵਿੱਚ ਐਕਟਿਵ ਹਾਂ। ਪਹਿਲਾਂ ਮੈਂ ਧਰਮਕੋਟ, ਸਾਡੀ ਰਿਜ਼ਰਵ ਸੀਟ ਤੋਂ ਜਰਨਲ ਹੋਈ ਸੀ, ਮੈਂ ਉੱਥੇ ਜਾ ਕੇ ਕੰਮ ਸ਼ੁਰੂ ਕਰਤਾ। ਚਲੋ ਗਲਤੀ ਹੋਈ, ਐਸਜੀਪੀਸੀ ਦਾ ਆਜ਼ਾਦ ਕੈਂਡੀਡੇਟ ਕਾਕਾ ਲੋਹਗੜ੍ਹ ਖੜਾ ਹੋ ਗਿਆ, ਅਸੀਂ ਉਹਦੀ ਮਦਦ ਕਰਤੀ, ਉਹ ਜਿੱਤ ਗਿਆ। ਕਾਂਗਰਸ ਵਾਲਿਆਂ ਨੂੰ ਲੱਗਿਆ ਵੀ ਇਹ ਬੰਦਾ ਜ਼ਿਆਦਾ ਤਕੜਾ ਰਵੀ ਨਾਲੋਂ ਜਾਂ ਉੱਥੇ ਹਰਪ੍ਰੀਤ ਹੀਰੋ ਨਾਲੋਂ, ਉਹਨਾਂ ਨੇ ਪਾਰਟੀ ਨੂੰ ਟਿਕਟ ਦਿੱਤੀ। ਚਲੋ ਉਹ ਵੀ ਹਾਰ ਗਿਆ। ਸੈਕੰਡ ਟਾਈਮ ਫਿਰ ਨੈਚੁਰਲੀ ਉਹਨੂੰ ਹੀ ਟਿਕਟ ਦੇਣੀ ਸੀ। ਅਸੀਂ ਮੋਗੇ ਆ ਗਏ, ਜੈਨ ਸਾਹਿਬ ਅਕਾਲੀ ਦਲ 'ਚ ਚਲੇ ਗਏ, ਅਸੀਂ ਮੋਗਾ ਖਾਲੀ ਸੀ। ਮੈਂ ਫਿਰ ਮੋਗੇ ਕੰਮ ਕੀਤਾ। ਮੋਗੇ ਫਿਰ ਮੈਨੂੰ ਕਹਿੰਦੇ ਵੀ ਨਹੀਂ ਜੱਟ ਸਿੱਖ ਨੂੰ ਨਹੀਂ ਦੇਣੀ, ਅਸੀਂ ਹਿੰਦੂ ਚਿਹਰੇ ਨੂੰ ਦੇਣੀ ਆ। ਚਲੋ ਮੈਂ ਰਹਿ ਗਿਆ। ਹੁਣ ਵੀ ਮੈਂ ਇਹਨਾਂ ਨਾਲ ਬੀਜੇਪੀ ਨਾਲ ਜਿਹੜੀ ਗੱਲ ਕੀਤੀ ਆ, ਮੈਂ ਇਹ ਕੀਤੀ ਆ ਵੀ ਮੈਂ ਉਧਰ 20 ਸਾਲ 21 ਸਾਲ ਨਿਸ਼ਕਾਮ ਸੇਵਾ ਕੀਤੀ ਆ। ਮੈਂ ਐਜ਼ ਏ ਕਾਰਿਆ ਕਰਤਾ ਤੁਹਾਨੂੰ ਜੁਆਇਨ ਕਰੂੰਗਾ। ਤੁਸੀਂ ਮੇਰੀ ਕੈਪੇਬਿਲਿਟੀ ਦੇਖਿਓ, ਤੁਸੀਂ ਮੇਰੇ 'ਚ ਕੋਈ ਟੈਲੈਂਟ ਦੇਖੋਗੇ ਵੀ ਰਵੀ ਧਰਮਕੋਟੋਂ ਜਿੱਤ ਸਕਦਾ, ਤੁਸੀਂ ਸੋਚੋਗੇ ਰਵੀ ਮੋਗਿਓਂ ਜਿੱਤ ਸਕਦਾ, ਤੁਸੀਂ ਮੈਨੂੰ ਟਿਕਟ ਦੇ ਦਿਆ ਜੇ, ਨਹੀਂ ਤਾਂ ਮੈਂ ਐਜ਼ ਏ ਵਰਕਰ ਕੰਮ ਕਰੂੰਗਾ। ਸੋ ਬਹੁਤ ਬਹੁਤ ਧੰਨਵਾਦ ਰਵੀ ਜੀ ਤੁਹਾਡਾ। ਥੈਂਕ ਯੂ ਜੀ ਤੁਹਾਨੂੰ। ਸੋ ਇਹ ਸਨ ਰਵਿੰਦਰ ਗਰੇਵਾਲ, ਜਿਨ੍ਹਾਂ ਨੂੰ ਰਵੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ, ਤੇ ਕੁਝ ਹੋਰ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਵਾਂਗੇ। ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ, ਹੇਠਾਂ ਕਮੈਂਟ ਜ਼ਰੂਰ ਕਰ ਦੇਣਾ। ਧੰਨਵਾਦ ਤੁਹਾਡਾ।